ਵੱਡੀ ਫੈਮਿਲੀ 'ਚ ਜਨਾਨੀ ਨੂੰ ਟਾਈਮ ਦੇਣਾ ਕੋਈ ਸੌਖੀ ਜੀ ਗੱਲ ਨਹੀਂ ਹੈ। ਬੜੇ ਦਾਅ ਲਾਣੇ ਪੈਂਦੇ ਤਾਂ ਜਾ ਕੇ ਜਨਾਨੀ ਵਾਸਤੇ ਟਾਈਮ ਨਿਕਲਦਾ ਹੈ। ਵੱਡੀ ਫੈਮਿਲੀ ਸੀ, ਕਮਰੇ ਉਹਨਾਂ ਦੇ ਦੋ ਸੀ। ਜਵਾਨ ਕਹਿੰਦਾ ਅਸੀਂ 3 ਭਰਾ ਸਾਂ ਤੇ 2 ਭੈਣਾਂ ਸੀ। ਕਹਿੰਦਾ ਦੋਵਾਂ ਭਰਾਵਾਂ ਦੀ ਸ਼ਾਦੀ ਹੋਈ ਹੈ, ਅੱਗੋਂ 3 4 ਉਹਨਾਂ ਦੇ ਬੱਚੇ ਵੀ ਹੈ ਨੇ। ਸਮਝ ਨਹੀਂ ਸੀ ਆਉਂਦੀ ਕੌਣ ਕਿੱਥੇ ਸਵੇ। ਅੰਮਾਰੀ ਵੀ ਹੋਏ, ਮੈਂ ਵੀ ਹੋਇਆ। ਕਹਿੰਦਾ ਮੈਂ ਕੁਆਰਾ ਸਾਂ ਲੇਕਿਨ ਮੇਰੀ ਸ਼ਾਦੀ ਕਿੱਥੋਂ ਹੋਣੀ ਸੀ? ਜ਼ਾਹਿਰੀ ਗੱਲ ਹੈ ਘਰ 'ਚ ਤੇ ਜਗ੍ਹਾ ਕੋਈ ਨਹੀਂ ਸੀ। ਕਹਿੰਦਾ ਭਰਾ ਜਿਹੜੇ ਨੇ ਅਕਸਰ ਅੰਮਾ ਨਾਲ ਲੜਦੇ ਰਹਿੰਦੇ ਸੀ। ਕਹਿੰਦਾ ਜਿਸ ਵੇਲੇ ਗੁਰਬਤ ਹੁੰਦੀ ਹੈ ਨਾ, ਆਪਣੇ ਆਪ ਹੀ ਲੜਾਈ ਜਿਹੜੀ ਆ ਉਹ ਸਾਹਮਣੇ ਆਉਂਦੀ ਜਾਂਦੀ ਹੈ। ਅੰਮਾ ਜੀ ਮੈਨੂੰ ਆਖਦੇ ਸੀ ਕਿ ਪੁੱਤਰ ਤੂੰ ਵੀ ਕੋਈ ਕੰਮ ਕਾਜ ਕਰ, ਕਿਸੇ ਪਾਸੇ ਲਾ, ਤੇਰਾ ਵੀ ਵਿਆਹ ਕਰੀਏ, ਉਹ ਤੇਰੇ ਨਾਲ ਕਿੰਨੇ ਵਿਆਹ ਕਰਨਾ ਹੈ। ਕਹਿੰਦਾ ਮੈਨੂੰ ਪਤਾ ਸੀ ਕਿ ਮੇਰਾ ਤੇ ਹੋ ਸਕਦਾ ਵਿਆਹ ਹੀ ਕੋ ਨਾ ਹੋਵੇ। ਕਹਿੰਦਾ ਸ਼ਕਲ ਸੂਰਤ ਮੇਰੀ ਠੀਕ ਸੀ ਲੇਕਿਨ ਇਹ ਹੈ ਕਿ ਮੈਨੂੰ ਅਜੇ ਕੋਈ ਉਮੀਦ ਨਹੀਂ ਸੀ ਲੱਗ ਰਹੀ ਕਿ ਮੇਰੀ ਸ਼ਾਦੀ ਹੋਵੇਗੀ। ਕਹਿੰਦਾ ਅੱਗੂ ਇਸ ਤਰ੍ਹਾਂ ਹੋਇਆ ਕਿ ਇੱਕ ਸੀ ਘਰ ਬੜੇ ਹੀ ਅਮੀਰ ਹੈ। ਕਹਿੰਦਾ ਸਾਡੇ ਮਹੱਲੇ 'ਚ ਕਹਿੰਦਾ ਮੈਂ ਆਉਂਦਾ ਸੀ ਪਿਆ ਗਲੀ ਤੇ ਉਹ ਕੁੜੀ ਜਿਹੜੀ ਆ ਬਾਹਰ ਖਲੋਤੀ ਸੀ ਤੇ ਕਹਿੰਦਾ ਮੇਰੇ ਵੱਲ ਵੀ ਦੇਖਦੀ ਸੀ। ਕਹਿੰਦਾ ਮੈਂ ਪੋਲਾ ਜਿਹਾ ਸਿਰ ਸੱਟ ਕੇ ਜੂੰ ਹੀ ਉਹਦੇ ਕੋਲੋਂ ਲੰਘਿਆ ਤੇ ਮੈਨੂੰ ਆਂਦੀ ਹੈ ਹੈਲੋ। ਕਹਿੰਦਾ ਮੈਂ ਮੁੜ ਕੇ ਦੇਖਿਆ, ਮੈਂ ਕਿਹਾ ਜੀ। ਕਹਿੰਦੇ ਤੁਸੀਂ ਤੇ ਸਾਡੇ ਵੱਲੋਂ ਦੇਖਦੇ ਵੀ ਨਹੀਂ ਹੈ। ਕਹਿੰਦਾ ਮੈਂ ਕਿਹਾ ਮੈਂ ਕਿ ਦੇਖਣਾ। ਉਹਨੇ ਅੱਗੂ ਨਾ ਆਪਣਾ ਨੰਬਰ ਮੈਨੂੰ ਦਿੱਤਾ ਕਿ ਮੈਨੂੰ ਕਾਲ ਕਰੀ। ਕਹਿੰਦਾ ਮੈਂ ਘਰ ਆ ਗਿਆ। ਜਿਸ ਵੇਲੇ ਘਰ ਆ ਕੇ ਫੈਮਿਲੀ ਸਾਰੀ 'ਚ ਬੈਠਾ ਤੇ ਮੇਰੇ ਦਿਮਾਗ 'ਚ ਪਿਆ ਚੱਲੇ ਉਹਨੇ ਮੈਨੂੰ ਕਿਉਂ ਆਖਿਆ ਕਿ ਮੈਨੂੰ ਕਾਲ ਕਰੀ। ਕਹਿੰਦਾ ਮੈਂ ਫੋਨ ਲੈ ਕੇ ਸੈਡੇ ਹੋ ਗਿਆ, ਜਾ ਕੇ ਉਹਨੂੰ ਮੈਂ ਕਾਲ ਕੀਤੀ ਤੇ ਮੈਨੂੰ ਆਂਦੀ ਆ ਕਿ ਮੈਂ ਤੈਨੂੰ ਬੜਾ ਪਸੰਦ ਕਰਨੀ ਆ, ਮੈਂ ਬੜਾ ਪਿਆਰ ਤੇਰੇ ਨਾਲ ਕਰਨੀ ਆ ਤੇ ਤੂੰ ਮੇਰੇ ਵੱਲੋਂ ਤੱਕਦਾ ਵੀ ਨਹੀਂ ਹੈ, ਰੋਜ਼ਾਨਾ ਮੈਂ ਤੇਰੇ ਸਾਹਮਣੇ ਲੰਘਣੀ ਹੈ। ਕਹਿੰਦਾ ਮੈਂ ਕਿਹਾ ਮੈਂ ਤੇਰੇ ਨੂੰ ਕੀ ਦੇਖਣਾ, ਮੇਰੇ ਇਸ ਤਰ੍ਹਾਂ ਦਾ ਜ਼ੇਨ ਵੀ ਨਹੀਂ ਹੈ, ਨਾ ਹੀ ਮੈਂ ਇਸ ਤਰ੍ਹਾਂ ਦਾ ਬੰਦਾ। ਉਹਨੇ ਆਖਿਆ ਮੈਂ ਬੜਾ ਇਸ ਤਰ੍ਹਾਂ ਦੀ ਹੈ ਵਾਂ, ਬਸ ਤੈਨੂੰ ਪਸੰਦ ਕਰਨੀ ਆ ਤੇ ਤੇਰੇ ਨਾਲ ਵਿਆਹ ਕਰਨਾ ਚਾਹਨੀ ਆ। ਕਹਿੰਦਾ ਮੈਂ ਕਿਹਾ ਬਹਰਾਲ ਮੇਰੇ ਨਾਲ ਤੇ ਮੁਸ਼ਕਿਲ ਹੀ ਹੈ, ਤੁਸੀਂ ਤੇ ਐਡੇ ਅਮੀਰ ਬੰਦੇ ਹੋ, ਤੁਹਾਡੇ ਕੋਲ ਇਤਨਾ ਪੈਸਾ ਹੈ, ਤੇਰੇ ਘਰ ਦੇ ਜਿਹੜੇ ਮੇਰੇ ਨਾਲ ਤੇਰੀ ਸ਼ਾਦੀ ਨਹੀਂ ਕਰਨਗੇ। ਕਹਿੰਦਾ ਬਹਰਾਲ ਨਾ ਉਹ ਆਸਤਾ ਆਸਤਾ ਮੇਰੇ ਨਾਲ ਗੱਲਬਾਤ ਕਰਦੀ ਰਹੀ। ਕਹਿੰਦਾ ਮੈਂ ਉਹਨੂੰ ਦੱਸੇ ਸਾਰੇ ਆਪਣੇ ਘਰ ਦੇ ਹਾਲਾਤ। ਇਸ ਤਰ੍ਹਾਂ ਮੇਰੇ ਭਰਾ ਨੇ ਉਹ ਤੇ ਕਈ ਵਾਰੀ ਨਾਰਾਜ਼ ਹੋ ਕੇ ਜਿਹੜਾ ਉੱਥੇ ਸਾਵਰੇ ਟੁਰ ਜਾਂਦੇ ਨੇ, ਹਫਤਾ 2 ਹਫਤੇ ਉੱਥੇ ਰਹਿ ਕੇ ਆਉਂਦੇ ਨੇ। ਉਹਨਾਂ ਦਾ ਬਹਾਨਾ ਹੁੰਦਾ ਹੈ ਜਾ ਕੇ ਉੱਥੇ ਜਨਾਨੀਆਂ ਵਾਸਤੇ ਟਾਈਮ ਕੱਢਦੇ ਨੇ। ਅਕਸਰ ਕਈ ਵਾਰੀ ਤੇ ਬੱਚੇ ਘਰ ਹੀ ਛੱਡ ਦਿੰਦੇ ਨੇ ਤੇ ਅੰਮਾ ਜੀ ਜਿਹੜਾ ਉਹਨਾਂ ਨੂੰ ਸੰਭਾਲਦੇ ਨੇ। ਕਹਿੰਦਾ ਮੈਨੂੰ ਸਾਰੀਆਂ ਚਲਾਕੀਆਂ ਦਾ ਪਤਾ ਹੈ ਲੇਕਿਨ ਫਿਰ ਕੀ ਕਰੀਏ, ਜ਼ਾਹਿਰੀ ਗੱਲ ਹੈ ਭਰਾ ਨੇ ਉਹ ਵੀ ਮਜਬੂਰ ਨੇ। ਉਹ ਆਂਦੀ ਹੈ ਕਿ ਮੈਨੂੰ ਕੋਈ ਟੈਨਸ਼ਨ ਨਹੀਂ, ਮੈਂ ਤੇ ਨਾ ਨੱਸ ਕੇ ਵੀ ਵਿਆਹ ਕਰਨ ਨੂੰ ਤਿਆਰ ਹਾਂ। ਕਹਿੰਦਾ ਮੈਂ ਕਿਹਾ ਨੱਸ ਨੁੱਸ ਕੇ ਮੈਂ ਵਿਆਹ ਨਹੀਂ ਕਰਨਾ, ਅਗਰ ਸ਼ਾਦੀ ਕਰਾਂਗਾ ਤਾਂ ਤੈਨੂੰ ਜਿਹੜਾ ਸਾਰੇ ਘਰਦਿਆਂ ਨੂੰ ਦੱਸਣਾ ਪੈਣਾ। ਉਹਨੇ ਆਖਿਆ ਮੇਰੇ ਘਰ ਦੇ ਨਹੀਂ ਮੰਨਣੇ। ਉਹਨੇ ਆਖਿਆ ਬਹਰਾਲ ਜੋ ਵੀ ਹੈ ਇਸ ਤਰ੍ਹਾਂ ਨਹੀਂ ਹੋ ਸਕਦਾ। ਕਹਿੰਦਾ ਬਹਰਾਲ ਇਸ ਤਰ੍ਹਾਂ ਹੀ ਸਾਡੀ ਗੱਲਬਾਤ ਚੱਲਦੀ ਰਹੀ, ਪਿਆਰ ਮੁਹੱਬਤ ਚੱਲਦਾ ਰਿਹਾ। ਕਹਿੰਦਾ ਅਕਸਰ ਮੈਨੂੰ ਥੋੜੇ ਬਹੁਤ ਪੈਸੇ ਵੀ ਦੇ ਦਿੰਦੀ ਸੀ, ਅਮੀਰ ਜੇ ਬਹੁਤ ਹੈ। ਕਹਿੰਦਾ ਉਹਦੀ ਜਿਹੜਾ ਘਰਦਿਆਂ ਨੇ ਸ਼ਾਦੀ ਕਰ ਦਿੱਤੀ। ਕਹਿੰਦਾ ਜਿਉਂ ਹੀ ਉਹਦੀ ਸ਼ਾਦੀ ਕੀਤੀ ਨਾ ਤੇ ਫਿਰ ਵੀ ਉਹ ਮੇਰੇ ਨਾਲ ਰਾਬਤੇ 'ਚ ਨਹੀਂ। ਕਹਿੰਦੀ ਹੈ ਕਿ ਮੈਂ ਜਿਹੜਾ ਨਾ ਤੇਰੇ ਨਾਲ ਦੁਬਾਰਾ ਸ਼ਾਦੀ ਕਰਨੀ ਹੈ, ਮੈਂ ਤੂੰ ਤਲਾਕ ਲੈ ਲੈਣੀ ਹੈ। ਕਹਿੰਦਾ ਮੈਂ ਕਿਹਾ ਹੁਣ ਤਲਾਕ ਲੈ ਕੇ ਕੀ ਕਰਨੀ ਆ, ਤੂੰ ਸ਼ਾਦੀ ਕੀਤੀ ਹੈ ਬਸ ਸਹੀ ਹੈ, ਤੂੰ ਉਹਦੇ ਨਾਲ ਹੀ ਰਹਿ। ਕਹਿੰਦੀ ਹੈ ਨਹੀਂ। ਕਹਿੰਦਾ ਉਹ ਇਸ ਤਰ੍ਹਾਂ ਹੋਇਆ ਕਿ ਆਪਣੇ ਜਣੇ ਨੂੰ ਲੈ ਕੇ ਤੇ ਆਪਣੀ ਅੰਮਾ ਦੇ ਘਰ ਹੀ ਸ਼ਿਫਟ ਹੋ ਗਈ, ਉੱਥੇ ਹੀ ਆ ਕੇ ਰਹਿਣ ਲੱਗ ਪਈ। ਕਹਿੰਦਾ ਮੇਰੇ ਕੋਲ ਤੇ ਜਗ੍ਹਾ ਹੈ ਕੋਈ ਨਹੀਂ ਸੀ, ਜ਼ਾਰੀ ਗੱਲ ਮੈਂ ਕੀ ਕਰਨਾ। ਉਹ ਮੈਨੂੰ ਆਖਦੀ ਹੈ ਕਿ ਮੇਰੇ ਕੋਲ ਪੈਸੇ ਹੈ ਨੇ ਢੇਰ ਸਾਰੇ, ਸ਼ਾਦੀ ਤੇ ਮੈਂ ਇਕੱਠੇ ਕੀਤੇ ਸੀ ਤੇ ਤੂੰ ਜਿਹੜਾ ਨਾ ਸਾਡੇ ਨਾਲ ਵਾਲਾ ਜਿਹੜਾ ਪਲਾਟ ਹੈ ਨਾ ਉਹ ਖਰੀਦ ਲੈ। ਕਹਿੰਦਾ ਪਰ ਨਾਲ ਵੀ ਜਗ੍ਹਾ ਐਸੀ ਤੇ ਵਿਚਕਾਰ ਉਹ ਪਲਾਟ ਖਾਲੀ ਸੀ। ਕਹਿੰਦਾ ਮੈਂ ਕਿਹਾ ਮੈਂ ਉਸ ਪਲਾਟ ਨੂੰ ਲੈ ਕੇ ਕੀ ਕਰਾਂ, ਮੇਰੇ ਕੋਲ ਤੇ ਪੈਸੇ ਕੋਈ ਨਹੀਂ, ਅੱਗੋਂ ਮੈਂ ਲੈ ਵੀ ਲਵਾਂ ਤੇ ਫਿਰ ਉਹਦੇ ਤੇ ਮਕਾਨ ਕੀ ਚੜਾ। ਉਹਨੇ ਕਿਹਾ ਸਾਰੀ ਜ਼ਿੰਮੇਵਾਰੀ ਮੇਰੀ ਹੈ, ਜਿੰਨੀ ਦੇਰ ਤੱਕ ਤੇਰਾ ਮਕਾਨ ਨਹੀਂ ਬਣਦਾ, ਲੇਕਿਨ ਤੂੰ ਵਾਅਦਾ ਕਰਕੇ ਮੇਰੇ ਨਾਲ ਸ਼ਾਦੀ ਕਰ। ਉਹਨੇ ਕਿਹਾ ਮੈਂ ਸ਼ਾਦੀ ਦਾ ਕੀ ਤੇਰੇ ਨਾਲ ਵਾਅਦਾ ਕਰਾਂ, ਜੇ ਤੇ ਤੂੰ ਤਲਾਕ ਲੈ ਲੇਂਗੀ ਫਿਰ ਤਾਂ ਜ਼ਾਹਿਰੀ ਗੱਲ ਹੈ ਮੈਂ ਤੇਰੇ ਨਾਲ ਸ਼ਾਦੀ ਕਰਾਂਗਾ, ਮੈਨੂੰ ਤਾਂ ਉਂਝ ਵੀ ਰਿਸ਼ਤਾ ਨਹੀਂ ਲੱਭ ਰਿਹਾ। ਉਹਨੇ ਆਖਿਆ ਬਸ ਮੈਂ ਤਲਾਕ ਲੈ ਲਾਂਗੀ, ਤੂੰ ਇਸ ਗੱਲ ਦੀ ਪਰੇਸ਼ਾਨੀ ਨਹੀਂ ਕਰਨੀ। ਕਹਿੰਦਾ ਉਹਨੇ ਮੈਨੂੰ ਪੈਸੇ ਦਿੱਤੇ। ਕਹਿੰਦੀ ਇਹ ਲੈ ਇਹ ਪਲਾਟ ਜਿਹੜਾ ਨਾ ਤੂੰ ਲੈ ਲੈ। ਕਹਿੰਦਾ ਮੈਂ ਅੰਮਾ ਨੂੰ ਦੱਸਿਆ ਕਿ ਇਹ ਪਲਾਟ ਮੈਂ ਖਰੀਦਣ ਲਿਆ। ਕਹਿੰਦਾ ਅੰਮਾ ਜੀ ਕਹਿੰਦੇ ਨੇ ਕਿ ਤੇਰੇ ਕੋਲ ਪੈਸੇ ਕਿੱਥੋਂ ਆਏ, ਮੇਰਾ ਇੱਕ ਦੋਸਤ ਹੈ ਉਹਨੇ ਮੈਨੂੰ ਦਿੱਤੇ ਨੇ। ਅੰਮਾ ਜੀ ਕਹਿੰਦੇ ਪੁੱਤਰ ਤੂੰ ਕਿਹਨੂੰ ਚੋਰੀ ਤਾਂ ਨਹੀਂ ਕੀਤੀ। ਮੈਂ ਕਿਹਾ ਅੰਮਾ ਜੀ ਚੋਰੀ ਸ਼ੋਰੀ ਕਿਧਰੋਂ ਨਹੀਂ ਕੀਤੀ, ਮੇਰਾ ਦੋਸਤ ਹੈ ਉਹਨੇ ਮੈਨੂੰ ਗਿਫਟ ਕੀਤੇ ਨੇ ਕਿ ਤੂੰ ਆਪਣੇ ਵਾਸਤੇ ਕੋਈ ਜਗ੍ਹਾ ਬਣਾ ਲੈ ਤੇ ਸ਼ਾਦੀ ਕਰ। ਕਹਿੰਦਾ ਸਾਰੇ ਪਰੇਸ਼ਾਨ ਹੋ ਗਏ, ਭਰਾ ਮੇਰੇ ਜਿਹੜੇ ਨੇ ਅਕਸਰ ਲੜਦੇ ਰਹਿੰਦੇ ਸੀ, ਉਹਨਾਂ ਨੇ ਕਿ ਸਾਨੂੰ ਪੈਸੇ ਦੇ ਅਸੀਂ ਕੋਈ ਕਾਰੋਬਾਰ ਕਰ। ਕਹਿੰਦਾ ਮੈਂ ਕਿਹਾ ਨਾ ਮੈਂ ਜਿਹੜਾ ਨਾ ਉਹ ਪਲਾਟ ਖਰੀਦਣਾ, ਬਸ ਮੇਰੀ ਗੱਲ ਹੋ ਗਈ ਹੈ ਤੇ ਮੈਂ ਜਿਹੜਾ ਉਹ ਖਰੀਦਣ ਲਗਾ। ਕਹਿੰਦਾ ਮੈਂ ਜਿੱਥੇ ਗੱਲ ਕੀਤੀ ਉਹ ਪਲਾਟ ਜਿਹੜਾ ਨਾ ਕਹਿੰਦਾ ਮੈਂ ਲੈ ਲਿਆ। ਲੈ ਕੇ ਤੇ ਅੱਗੂ ਕਹਿੰਦੇ ਨੇ ਕਿ ਮਕਾਨ ਇਹਦੇ ਕਿਸ ਤਰ੍ਹਾਂ ਚਾਹੀਦਾ। ਉਹਨੇ ਕਿਹਾ ਦੋਸਤ ਕਹਿੰਦਾ ਕਿ ਮੈਂ ਉਹ ਵੀ ਪੈਸੇ ਦਿਆਂਗਾ। ਕਹਿੰਦਾ ਅੱਗੂ ਉਹਨੇ ਮੈਨੂੰ ਜਿਹੜਾ ਨਾ ਹੋਰ ਪੈਸੇ ਦਿੱਤੇ ਤੇ ਤੂੰ ਮਕਾਨ ਸ਼ੁਰੂ ਕਰਾ। ਕਹਿੰਦਾ ਮੈਂ ਮਕਾਨ ਵੀ ਸ਼ੁਰੂ ਕਰਾ ਤੇ ਘਰ ਦੇ ਪਰੇਸ਼ਾਨ ਕਿ ਪੁੱਤਰ ਤੇਰੇ ਕੋਲ ਇਤਨਾ ਪੈਸਾ ਕਿੱਥੋਂ ਆ ਰਿਹਾ। ਕਹਿੰਦਾ ਮੈਂ ਕਿਹਾ ਤੁਸੀਂ ਨਾ ਟੈਨਸ਼ਨ ਲਓ ਪੈਸੇ ਦੀ, ਬਸ ਮਕਾਨ ਜਿਹੜਾ ਉਹ ਤਿਆਰ ਹੋ ਜਾਣਗੇ। ਕਹਿੰਦਾ ਉਹ ਮੈਨੂੰ ਅਕਸਰ ਮਿਲਦੀ ਰਹਿੰਦੀ ਸੀ ਤੇ ਅਸੀਂ ਇਕੱਠੇ ਬਹਿ ਕੇ ਜਿਹੜਾ ਨਾ ਗੱਪਾਂ ਛੱਪਾਂ ਲਾਉਂਦੇ ਰਹਿੰਦੇ ਸਾਂ ਉਹਨਾਂ ਦੀ ਬੈਠਕ 'ਚ ਬਹਿ ਕੇ। ਕਹਿੰਦਾ ਜ਼ਾਰੀ ਗੱਲ ਹੈ ਮੈਨੂੰ ਤੇ ਹਰ ਚੀਜ਼ ਲੱਭ ਰਹੀ ਸੀ, ਮੇਰੇ ਕੋਲ ਪੈਸਾ ਇਤਨਾ ਲੱਭ ਰਿਹਾ ਸੀ, ਮੇਰੇ ਨਾਂ ਜਗ੍ਹਾ ਹੋ ਗਈ ਸੀ, ਮੈਨੂੰ ਕਿਹੜਾ ਮਾੜੀ ਲੱਗਦੀ ਸੀ। ਕਹਿੰਦਾ ਉਹਦਾ ਜਣਾ ਜਿਹੜਾ ਨਾ ਅਕਸਰ ਜਿਹੜਾ ਉਤੋਂ ਆ ਜਾਂਦਾ ਸੀ ਲੇਕਿਨ ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਕਿਉਂ ਆਏ ਹਾਂ, ਲੇਕਿਨ ਉਹਨੂੰ ਪਤਾ ਸੀ ਕਿ ਨਾਲ ਹੀ ਮੈਂ ਮਕਾਨ ਸ਼ੁਰੂ ਕਰਾਏ ਨੇ, ਕਦੇ ਪਾਣੀ ਲੈਣ ਵਾਸਤੇ ਆ ਗਿਆ, ਕਦੇ ਪੈਪ ਲਾਏ ਆ। ਕਹਿੰਦਾ ਇਸ ਤਰ੍ਹਾਂ ਕਰਕੇ ਦਾਦੂ ਲਾਈ ਰੱਖੀਦਾ ਸੀ ਤੇ ਉਹਦੇ ਨਾਲ ਜਿਹੜਾ ਨਾ
पूरी सैटलमेंट रखी सी। बहरहाल कहता करद्या करा मकान जिहड़े ने वो तैयार हो गए। कहता जिसले तैयार होए ने ते कहता सारे भरा कहते चलो उत्थे शिफ्ट होए। कहता मैं क्या ना हाली मैं ते मेरी अम्मा जिहड़ा ना उत्थे शिफ्ट होवांगे, और कोई बंदा भी नहीं। भरा कहते ने ये किहड़ी गल होई, असीं इत्थे क्यों रहे? उन्हें आख्या ना सिर्फ मैं ते मेरी अम्मा शिफ्ट होवांगे और बंदा उत्थे कोई नहीं आ सकदा। कहता वो इस तरह होया कि असी जिहड़ा ना मैं ते मेरी अम्मा जिहड़ा उत्थे शिफ्ट हो गए। कहता सिर्फ 2 मंजियां उत्थे पईयां सी। उस तो बाद कहता उन्हें मेरी मशूक ने जिहड़ा मैनू जिहड़ा बैड लैके दिता, सोफे लैके दिते। कहता साडे घर बड़ी रही, सारा मकान जिहड़ा उन्हें सैट कीता साडा। कहता मकान बड़ा सोहना सैट करके सारे हैरान परेशान सी कि मेरे कोल पैसा कित्थों आया। कहता अगू मैनू आखदी है कि मैं अपने जने नाल लड़ाई शुरू कीती है ते हो सकदा जिहड़ा ना जल्दी जिहड़ा तलाक हो जे। बहरहाल कहता वो मैं जा चुप कीता रहा। मैं कहा चलो जिसे तलाक ली उसते शादी कर लांगा, सारी गल इन्हां दे गुआंढ आ गए। कहता करद्या कराया इस तरह 6 महीने गुजर गए ते अगू ओहदे घरदियां रौला पाया कि जिहड़ा ना वो मुड़ा नहीं लभदा पिया, जिहड़ा ओहदा जना सी वो नहीं लभ रहा। कहता अगू मैं भी परेशान आया कि होया की है कि क्यों नहीं लभ रहा। बहरहाल कहता अगू जिहड़ा पुलिस जिसले रिपोर्ट हो गई, कहता पुलिस आई आके इंक्वायरी शायरी करती रही। कहता साडे घर भी आई आके इंक्वायरी की, लेकिन जिहड़ा कहता सानू समझ को ना आई कि होया की है। कहता पुलिस आंदी है कि इन्हां दे घर विचों जिहड़ा ना खून दे छिट्टे जिहड़े ने बाथरूम च छिट्टे पे ने। उस तो बाद जिसले गली च बाहर जिहड़ा ना खून आया तो इस तरह जिहड़ा साइडां ते खून दे निशान है ने। जरूर जिहड़ा ना वो कतल होया है इत्थे, लेकिन ये नहीं सानू पता कि लाश कित्थे है। कहता बारा पुलिस जिहड़ा अपनी इंक्वायरी जारी रखी। कहता सानू भी समझ को ना कि आवे कि होया की है। कहता कोई थोड़ा जिहा अरसा गुजरिया, कोई महीना सारा। कहता साडे उत्तों ना छत तू समैल बहुत आवन लग पई, सानू समझ ना आवे कि समैल क्यों आवन लगी है। कहता उत्ते कदे असीं गए ही नहीं सी है। कहता जूं जिसले उत्ते गए जाके देखिया 2 टैंकियां पईयां सी, एक जिहड़ी वो पुरानी जी पई सी। कहता जिसले उहनूं खोलिया ते विच इतनी मुश्क कहता उत्ते खलोण भी नहीं सी हुंदा पिया। कहता ये लगदा सी कि किसी ने मार के कोई शै सट्टी है। कहता जिसले फिर वो बंदे सारा रौला पै गया, मैं भी आख्या कि जिहड़ा ना इहदे जिहड़ा लाश पई है। कहता पुलिस आ गई, पुलिस ने आके जनाब कहता मनु फड़िया आके सीधा, उन्हें आख्या तू मार के ते टैंकी च पाया। कहता मैं क्या मैं ही तो इतलाह की है, अगर मैं टैंकी च पाया होंदा तो मैं क्यों दसना सी। लेकिन कहता बहरहाल ना पुलिस जिहड़ी है ना वो इस गल नूं मन्नण नूं तैयार नहीं सी, मनु फड़ के थाने लै गई। कहता जिस थाने खड़ी सू ते अगू जाके मैनू ढेर मारियो कुटी ने कि तू मन के तू जिहड़ा ये कतल कीता। कहता मैं क्या मैं नहीं कतल कीता। कहता बारा पुलिस ने जिसले पता लगा कि मैं कतल नहीं कीते आ, कहता पर मैनू उन्होंने ना वो छाड़ दिता। कहता जिसले मैं घर मैं आके उन्होंने पूछया अपनी मशूक नूं कि तू उन्होंने मारिया तो साडी टैंक, उन्हें आख्या मैं किस तरह मार सकनी है, मैं कलिया ये काम कर सकनी हाँ, मैं तो आपू परेशान सा, तां ही तो तेरे नाल मैं दोबारा शादी की गल नहीं करती है पी कि ये ना आवे कि मैं फस जा। मैं तो डर गई सा कि तू कतल कर दिते आ उन्होंने, मैनू थोड़े निशानदेही है सी। उन्हें आख्या घर तेरे कतल होया, बाथरूम तेरे च कतल होया, तो मैं किस तरह कतल कर सकना। उन्हें आख्या इस गल की तो मैनू समझ नहीं आती पी। कहता जिसले पुलिस नाल जाके सारी गल डिस्कस हुई तो पुलिस ने पूरी इंक्वायरी की। कहता उहदे च जिहड़ा कुड़ी दी अम्मा उन्होंने फड़ के खड़ी, उन्हें कहता जिसले फड़ के जाके उन्होंने थोड़ा दबाव पाई, उन्हें कहता उन्हें मन गई। कहती वो आंदी है कि बिल्कुल जिहड़ा ना मैं कतल करवाया। उन्हें आख्या किस तरह कतल करवाया। उन्हें आख्या कहता मेरा जिहड़ा वड्डा भरा है ना उन्होंने नाल शामिल करके उन्होंने शामिल किया, उन्होंने जिहड़ा पैसे दिते ने कि इस तरह जिहड़ा ना तू इनू कतल करा दे। इन्हें जिहड़ा ना कहता उन्होंने पता लग गया सी कि कुड़ी जिहड़ी है वो सैट हुई है। कहता मेरे नाल, कहता बहरहाल ना अम्मा नूं सारी गल दी खबर है सी। कहता भरा मेरे नूं पैसे दिते सी ने, बाकी है नहीं सी ने दस्सिया कि तुहाडा मुंडा जिहड़ा साडी कुड़ी दा चक्कर चला रहा है। बहरहाल कहता उन्हें भरा ने नाल रल के कतल किया। उस तो बाद कहता असीं घर को नहीं सी, मेरी छाती चढ़ के जाके जी टैंकी खाली पई सी उहदे जाके उन्हें लाश सट दी। कहता मैनू तो खबर ही कौन सी कि होया की है। कहता फिर पुलिस आई उहदी अम्मा नूं फड़ के लै गई। कहता मेरे भरा नूं फड़ के लै गई। जारी गल है कहता उन्होंने तो सज़ा मिलनी सी। कहता अगू ये रह गई कली, मनु आंदी है कि तू मेरे नाल विआह कर। कहता मैं क्या विआह तो तेरे नाल करांगा, जिहड़ा रोला बन गया इहदे तो मैनू हुण डर लगदा। उन्हें कहा डर किहड़ी गल दा, असां बड़ा कतल कीता, मैं तो उहदे कोल तलाक लैनी सी, ये तो मेरी अम्मा ने ते तेरे भरा ने काम पाया तो इस वास्ते तू मेरे नाल शादी कर। कहता मैं क्या सही है, मैं तेरे नाल निकाह करन नूं तैयार हाँ। कहता मैं अगू उहदे नाल निकाह कर लिया। कहता निकाह करके उन्होंने मैं घर लैंदा। कहता अगू उन्हों का घर भी समझो मेरा ही हो गया तो कहता मैनू भी उन्हें घर बना के दित्ते, जेवर भी रज सी। कहता अगू ने मैनू गड्डी भी नवीं जिहड़ी है वो लै के दित्ती। कहता नवीं गड्डी अपने कोल आ गई। कहता जिहड़ा ना
ਬੜਾ ਸੋਹਣਾ ਸਿਸਟਮ ਚੱਲ ਗਿਆ। ਕਹਿੰਦਾ ਮੈਂ ਤੇ ਸੋਚਿਆ ਵੀ ਨਹੀਂ ਸੀ ਕਿ ਐਡੇ ਵੱਡੇ ਖਾਨਦਾਨ ਚੋਂ ਮੈਂ ਨਿਕਲ ਕੇ ਤੇ ਮੈਂ ਵੀ ਸੈੱਟ ਹੋਵਾਂਗਾ। ਕਹਿੰਦਾ ਮੇਰੇ ਵਾਸਤੇ ਤੇ ਨਾਮੁਮਕਿਨ ਜੀ ਗੱਲ ਸੀ ਸੈੱਟ ਹੋਣਾ, ਲੇਕਿਨ ਬਹਰਹਾਲ ਕਹਿੰਦਾ ਜੋ ਕੁਦਰਤ ਨੂੰ ਮਨਜ਼ੂਰ ਹੋਵੇ ਹੁੰਦਾ ਤੇ ਉਹ ਹੀ ਹੈ। ਕਹਿੰਦਾ ਗੁਰਬਤ ਤੇ ਸਦਾ ਨਹੀਂ ਰਹਿੰਦੀ, ਲੇਕਿਨ ਇਹ ਹੈ ਕਿ ਜਿਹੜਾ ਕਤਲ ਹੋਇਆ ਉਹਦਾ ਮੈਨੂੰ ਬੜਾ ਹੀ ਦੁੱਖ ਹੋਇਆ ਕਿ ਉਹਦੀ ਅੰਮਾ ਨੇ ਕਤਲ ਕਿਉਂ ਕਰਵਾਇਆ। ਤਲਾਕ ਦੇ ਲੈ ਲੈਂਦੇ ਕੁੜੀ ਦੀ ਤੇ ਚਲੋ ਮੈਂ ਤਾਂ ਉਂਝ ਹੀ ਸ਼ਾਦੀ ਕਰਨੀ ਸੀ, ਲੇਕਿਨ ਕਹਿੰਦਾ ਬਹਰਹਾਲ ਉਹਨਾਂ ਦੀ ਆਪਣੀ ਮਰਜ਼ੀ, ਜੋ ਇਨਸਾਨ ਦੇ ਦਿਮਾਗ 'ਚ ਆਉਂਦਾ ਕਰਦਾ ਉਹ ਹੀ ਹੈ। ਬਾਕੀ ਤੁਸੀਂ ਕੋਸ਼ਿਸ਼ ਕਰਿਆ ਕਰੋ, ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਤੇ ਲਾਈਕ ਕਰ ਦਿਆ ਕਰੋ, ਕਮੈਂਟਸ ਕਰਦੇ ਹੋ ਤੇ ਦਿਲ ਖੁਸ਼ ਹੁੰਦਾ, ਸਬਸਕ੍ਰਾਈਬ ਕਰਦੇ ਹੋ ਤੇ ਹੋਰ ਦਿਲ ਖੁਸ਼ ਹੁੰਦਾ। ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।